अस्सलाम वालेकुम की हाल है जी। उम्मीद है तुसीं ठीक होने आ। ते अज तुहानूं जिहड़ी मैं स्टोरी सुणाउण चलना ये तुसीं शेयर जरूर करनी आ, क्योंकि ये हर घर की स्टोरी बन रही है इस टाइम। जिहड़ी को एजुकेशन है ना, इन्हें बहुत सारे घर उजाड़ दिते आ ते किस तरह उजाड़िया वो इस स्टोरी तो तुहानूं समझ आ जाएगा। एक हसदा वसदा घर, उहदे च 3 भैणां सी, एक भरा सी। 2 भैणां वड्डियां, तीसरे नंबर वाली जिहड़ी भैण सी ना वो बड़ी खूबसूरत सीगी ते चौथे नंबर ते भाई सीगा जिहड़ा छोटा सी सारिਆਂ ਤੋਂ। ਹੁਣ एक भैन जी सब तो वड्डी सी, उन्हें मैट्रिक किया तो घर च ही सी, अपने घर के काम काज देखती सी, माँ प्यो का हथ वटाउंदी सी। ते जिहड़ी दूसरे नंबर वाली सी वो यूनीवर्सिटी चली गई सी। हुण तीसरे नंबर वाली जिहड़ी भैन सी ना वो जरा खूबसूरत भी सी, ते जो स्कूल पढ़ रही सी ना मैट्रिक तक या FA, ते उहनूं स्कूल दे विच बड़ा वो कीता जांदा सीगा एप्रीशिएट, क्योंकि वो खूबसूरत सी। उस हिसाब नाल उहनूं काफ़ी रोल भी दिते जांदे सीगे, एक्टिंग शैक्टिंग जो स्कूल दे कोई प्रोग्राम हुंदे सी थोड़े बहुत। ਹੁਣ ਜਦੋਂ ਸਕੂਲ ਚੋਂ ਨਿਕਲੀ ਨਾ ਤੇ ਉਹ ਯੂਨੀਵਰਸਿਟੀ ਗਈ ਤੇ ਮਾਂ ਪਿਓ ਬੜੇ ਖੁਸ਼ ਹੋਏ ਕਿ ਸਾਡੀ ਬੱਚੀ ਜਿਹੜੀ ਹੈ ਨਾ ਦੂਸਰੀ ਵੀ ਯੂਨੀਵਰਸਿਟੀ ਚਲ ਗਈ ਆ ਤੇ ਸਾਡਾ ਖਾਨਦਾਨ ਪੜ੍ਹ ਲਿਖ ਜਾਏਗਾ, ਇਹਨਾਂ ਦੀ ਜ਼ਿੰਦਗੀ ਸਮਝ ਜਾਏਗੀ। ਅਗਰ ਇਹਨਾਂ ਨੂੰ ਕੋਈ ਨੌਕਰੀ ਲੱਭ ਗਈ ਤਾਂ ਠੀਕ ਹੈ, ਨਹੀਂ ਤੇ ਕੋਈ ਰਿਸ਼ਤਾ ਹੀ ਚੰਗਾ ਲੱਭ ਜਾਏਗਾ। ਅੱਜ ਦੇ ਦੌਰ 'ਚ ਮਾਂ ਪਿਓ ਕੋਈ ਐਜੂਕੇਸ਼ਨ ਜਿਹੜੀ ਨਾ ਉਹ ਇਸ ਵਜ੍ਹਾ ਤੋਂ ਦਿਲਾਉਂਦੇ ਆ ਕਿ ਬੱਚੀ ਨੂੰ ਰਿਸ਼ਤਾ ਅੱਛਾ ਲੱਭ ਜਾਵੇ। ਕਿ ਲੜਕਿਆਂ ਵਾਲਿਆਂ ਦੀ ਅੱਜ ਕੱਲ੍ਹ ਡਿਮਾਂਡ ਹੁੰਦੀ ਹੈ, ਲੜਕਾ ਕਹਿੰਦਾ ਕਿ ਮੈਂ MA ਕੀਤਾ ਤੇ ਲੜਕੀ ਵੀ MA ਪਾਸ ਹੀ ਹੋਵੇ। ਉਹ ਯਾਰ MA ਪਾਸ ਲੜਕੀ ਦੇ ਨਾਲ ਕੀ ਰਾਤ ਨੂੰ ਰਿਆਜ਼ੀ ਦਾ ਹਿਸਾਬ ਕਰਨਾ। ਅੱਛੀ ਔਰਤ ਲੱਭੋ ਜਿਹੜੀ ਕਿ ਘਰ ਸਾਂਭੇ, ਤੁਹਾਡੇ ਬੱਚਿਆਂ ਨੂੰ ਅੱਛੀ ਤਾਲੀਮ ਦੇਵੇ। ਲੇਕਿਨ ਇਹ ਲੋਕ ਜਿਹੜੇ ਨਾ ਮੁੰਡਿਆਂ ਵਾਲੇ ਅੱਜ ਕੱਲ੍ਹ ਜਿਹੜੇ ਪੜ੍ਹੇ ਲਿਖੇ ਆ, ਇਹ ਅੱਛੀ ਔਰਤ ਨਹੀਂ ਲੱਭਦੇ, ਅੱਛੀ ਤਾਲੀਮ ਵਾਲੀ ਔਰਤ ਲੱਭਦੇ ਆ। ਹੁਣ ਉਹ ਤੀਸਰੀ ਭੈਣ ਜਿਹੜੀ ਜਦੋਂ ਯੂਨੀਵਰਸਿਟੀ ਜਾਣ ਲੱਗ ਪਈ ਤੇ ਉੱਥੇ ਜਾ ਕੇ ਯੂਨੀਵਰਸਿਟੀ ਜਦੋਂ ਉਹਨੇ ਮਾਹੌਲ ਵੇਖਿਆ ਸਕੂਲ ਦੇ, ਤੇ ਬਹੁਤ ਹੀ ਮੁਤਬਾਦਲ ਸੀਗਾ। ਸਕੂਲ 'ਚ ਨਾ ਤੁਸੀਂ ਛੁੱਟੀ ਕਰ ਸਕਦੇ ਆ, एक फिक्स रूल होंगे आ, यह काम तुसीं करना, यह नहीं करना, इन्ने बजे क्लास जाना, इन्ने बजे छुट्टी होनी आ। लेकिन उत्थे सारा काम ही उल्टा सीगा। तुसीं जिस टाइम चाहो क्लास च टीचर खड़ा, तुसीं उठ के चले जाओ, टीचर तुहानूं नहीं पूछेगा। तुसीं नीले पाओ, पीले पाओ, लाल पाओ, जिहड़े मर्जी कपड़े पाओ, तुहानूं कोई नहीं पूछेगा। तुसीं किसी मुंडे कुड़ी नाल उठो बैठो, तुहानूं कोई नहीं पूछेगा। मतलब इहो जिहियां रंगीनियां उहने वेखियां ते ओह इहदे विच उलझना शुरू हो गई। ਹੁਣ ਜਿਹੜੀ ਉਹਦੀ ਦੂਸਰੀ ਭੈਣ ਸੀ ਨਾ ਉਹ ਵੀ ਯੂਨੀਵਰਸਿਟੀ ਜਾਂਦੀ ਸੀ, ਲੇਕਿਨ ਉਹ ਥੋੜੀ ਸਮਝਦਾਰ ਸੀ, ਉਹ ਇਹੋ ਜਿਹੇ ਕੰਮ ਨਹੀਂ ਕਰਦੀ ਸੀ। ਇਸ ਯੂਨੀਵਰਸਿਟੀ ਦੇ ਵਿੱਚ ਲੜਕੇ ਲੜਕੀਆਂ ਦੇ ਗਰੁੱਪ ਬਣੇ ਸੀਗੇ। ਜਿਸ ਯੂਨੀਵਰਸਿਟੀ ਛੋਟੀ ਭੈਣ ਪੜ੍ਹਦੀ ਸੀ, ਗਰੁੱਪ ਬਣੇ ਸੀਗੇ। ਉਸ ਗਰੁੱਪਾਂ ਦੇ ਵਿੱਚੋਂ ਇੱਕ ਇਹੋ ਜਿਹਾ ਗਰੁੱਪ ਜਿਹੜਾ ਕਿ ਅਮੀਰ ਲੜਕੇ ਲੜਕੀਆਂ ਦਾ ਸੀਗਾ। ਜਦੋਂ ਉਹਨਾਂ ਨੇ ਇਹਨੂੰ ਵੇਖਿਆ ਕਿ ਖੂਬਸੂਰਤ ਹੈ, ਤੇ ਉਸ ਗਰੁੱਪ ਦੀਆਂ ਲੜਕੀਆਂ ਨੇ ਇਸ ਲੜਕੀ ਦੇ ਨਾਲ ਮੇਲ ਮਿਲਾਪ ਵਧਾਉਣਾ ਸ਼ੁਰੂ ਕੀਤਾ, ਇਹਨੂੰ ਆਪਣੇ ਗਰੁੱਪ 'ਚ ਸ਼ਾਮਲ ਕਰ ਲਿਆ। ਇਹ ਜਿਹੜੀ ਲੜਕੀ ਸੀ ਇੱਕ ਮਿਡਲ ਕਲਾਸ ਫੈਮਿਲੀ ਨਾਲ ਤਲਕ ਰੱਖਦੀ ਸੀ, ਜਿਹੜੀ ਕਿ ਨੋਰਮਲ ਸੀ, ਆਪਣੇ ਘਰ ਦੇ ਹਾਲਾਤ ਮਤਲਬ ਉਸ ਦੇ ਮੁਤਾਬਕ ਚੱਲਦੀ ਸੀ। ਇੱਕ ਰਹਿਣ ਸਹਿਣ ਵੀ ਅੱਛਾ ਸੀਗਾ ਔਰ ਮਜ਼ਹਬੀ ਤਰੀਕੇਕਾਰ ਦੇ ਮੁਤਾਬਕ ਸੀ। ਲੇਕਿਨ ਉਹ ਜਿਹੜੇ ਲੜਕੇ ਲੜਕੀਆਂ ਦੇ ਗਰੁੱਪ 'ਚ ਸ਼ਾਮਲ ਹੋਏ ਇਹਦੇ ਨਾਲ, ਉਹ ਸੀਗੇ ਹਾਈ ਕਲਾਸ, ਜਿਹੜੇ ਕਿ ਬੜੇ ਇਹ ਕਹਿ ਲਓ ਕਿ ਹਾਈ ਸੁਸਾਇਟੀ ਦੇ, ਜਿਨ੍ਹਾਂ ਦੇ ਵਿੱਚ ਬਹੁਤ ਹੀ ਅਜੀਬੋ ਗਰੀਬ ਕੰਮ ਤੇ ਪੈਂਟਾਂ ਸ਼ਰਟਾਂ ਤੇ ਸਾਰੀਆਂ ਚੀਜ਼ਾਂ ਇਹ ਹੁੰਦੀਆਂ ਸੀ। ਹੁਣ ਇਸ ਕੁੜੀ ਨੇ ਜਦੋਂ ਉਹਨਾਂ ਦੇ ਨਾਲ ਉੱਠਣਾ ਬੈਠਣਾ ਸ਼ੁਰੂ ਕੀਤਾ ਤੇ ਇਹ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੁੰਦੀ ਸੀ ਆਪਣੇ ਲਿਬਾਸ ਦੇ ਨਾਲ। ਇਹਨੇ ਹੁਣ ਕੀ ਕਰਨਾ, ਘਰੋਂ ਆਪਣੇ ਛੋਟੇ ਭਾਈ ਦੀ ਪੈਂਟ ਚੱਕਣੀ, ਸ਼ਰਟ ਚੱਕਣੀ ਤੇ ਲੈ ਆਉਣੀ। ਸਕੂਲ ਆਉਣਾ, ਘਰੋਂ ਇਹਨੇ ਨਾਰਮਲ ਹੁਲੀਏ 'ਚ ਆਉਣਾ। ਨਾਰਮਲ ਹੁਲੀਏ 'ਚ ਆ ਕੇ ਜੋ ਸਕੂਲ ਪਹੁੰਚਣਾ ਤੇ ਉੱਥੇ ਪਹੁੰਚ ਕੇ ਇਹਨੇ ਸਭ ਤੋਂ ਪਹਿਲੇ ਵਾਸ਼ਰੂਮ ਜਾਣਾ, ਉੱਥੇ ਜਾ ਕੇ ਕੱਪੜੇ ਚੇਂਜ ਕਰਨੇ, ਕੱਪੜੇ ਚੇਂਜ ਕਰਕੇ ਤੇ ਫਿਰ ਇਹਨੇ ਉਹ ਲਿਪਸਟਿਕ ਤੇ ਵਾਲ ਖੁੱਲੇ ਛੱਡ ਕੇ ਤੇ ਫਿਰ ਸਾਰਿਆਂ ਦੇ ਨਾਲ ਉੱਠਣਾ ਬਹਿਣਾ। ਤੇ ਜਦੋਂ ਇਹਨੇ ਘਰ ਜਾਣਾ, ਘਰ ਜਾਂਦਿਆਂ ਹੋਏ ਰਸਤੇ 'ਚ ਇਹਨੇ ਕੋਈ ਰੈਸਟੋਰੈਂਟ ਵਗੈਰਾ ਵੇਖਣਾ, ਉੱਥੇ ਆਪਣੇ ਕੱਪੜੇ ਚੇਂਜ ਕਰਨੇ ਤੇ ਆਪਣੇ ਨਾਰਮਲ ਹੁਲੀਏ 'ਚ ਆ ਕੇ ਘਰ ਚਲੇ ਜਾਣਾ। ਕਿਉਂਕਿ ਜਦੋਂ ਘਰੋਂ ਪਿਓ ਵੇਖਦਾ ਸੀ ਨਾ ਇਹੋ ਜਿਹੀ ਹਾਲਤ, ਮਤਲਬ ਕਈ ਵਾਰੀ ਇਹਨੇ ਟਰਾਈ ਕੀਤਾ ਕਿ ਪੈਂਟ ਸ਼ਰਟ ਪਾ ਕੇ ਤੇ ਵਾਲ ਖੁੱਲੇ ਛੱਡ ਕੇ ਜਾਵਾਂ, ਤੇ ਪਿਓ ਨੇ ਗੁੱਸਾ ਕੀਤਾ। ਹੁਣ ਇਹਨੂੰ ਟੈਨਸ਼ਨ ਸੀਗੀ ਕਿ ਕਿਤੇ ਪਿਓ ਮੈਨੂੰ ਯੂਨੀਵਰਸਿਟੀ ਨਾ ਹਟਾ ਲਵੇ, ਤੇ ਇਸ ਲਈ ਇਹ ਛੁਪ ਕੇ ਇਹ ਕੰਮ ਕਰਦੀ ਸੀ, ਬੈਗ 'ਚ ਰੱਖ ਕੇ ਚੀਜ਼ਾਂ ਲੈ ਜਾਂਦੀ ਸੀ। ਹੁਣ ਉੱਥੇ ਇਸੇ ਗਰੁੱਪ ਦੇ ਵਿੱਚ ਨਾ ਇੱਕ ਬੜਾ ਅਮੀਰ ਘਰਾਣੇ ਦਾ ਇੱਕ ਲੜਕਾ ਸੀਗਾ, ਜਿਹਦੇ ਨਾਲ ਇਹਦੀ ਦੋਸਤੀ ਵਧਣ ਲੱਗ ਪਈ ਤੇ ਉਹ ਇਹਦੀ ਖੂਬਸੂਰਤੀ ਤੇ ਮਰਦਾ ਸੀਗਾ। ਇਹ ਉਹਦੇ ਪੈਸੇ ਦੇ ਨਾਲ ਇੰਨੀ ਕਿ ਇਨਵੋਲਵ ਹੁੰਦੀ ਗਈ ਕਿ ਇਹਨੇ ਉਹਦੇ ਨਾਲ ਉਹਦੀ ਸੁਸਾਇਟੀ 'ਚ ਜਾਣਾ ਸ਼ੁਰੂ ਕਰ ਦਿੱਤਾ। ਉੱਥੇ ਉਹਨੇ ਆਪਣੇ ਦੋਸਤਾਂ ਦੇ ਨਾਲ ਇਹਨੂੰ ਮਿਲਾਇਆ, ਦੋਸਤਾਂ ਨਾਲ ਮਿਲਾ ਕੇ ਉੱਥੇ ਫਿਰ ਉਹਨੇ ਸਿਗਰਟ ਪੀਂਦਾ ਸੀਗਾ, ਇਹਨੂੰ ਵੀ ਸਿਗਰਟ ਦੇਣੀ। ਇਹਨੇ ਕੁਛ ਟਾਈਮ ਤੇ ਮਨਾ ਕੀਤਾ, ਲੇਕਿਨ ਇਹਨੇ ਫਿਰ ਇਸ ਚੱਕਰ 'ਚ ਪੀਣੀ ਸ਼ੁਰੂ ਕਰ ਦਿੱਤੀ ਕਿ ਉਹ ਨਾਰਾਜ਼ ਹੀ ਨਾ ਹੋ ਜਾਵੇ, ਮੈਨੂੰ ਛੱਡ ਹੀ ਨਾ ਦੇਵੇ। ਇਸ ਡਰ ਤੋਂ ਕਿ ਉਹ ਇਹਨੂੰ ਛੱਡ ਨਾ ਦੇਵੇ, ਇਹਨੇ ਸਿਗਰਟ ਸ਼ੁਰੂ ਕਰ ਦਿੱਤੀ। ਜਦੋਂ ਹੁਣ ਸਿਗਰਟ ਸ਼ੁਰੂ ਹੋਈ ਆ ਤੇ ਸਿਗਰਟ ਤੋਂ ਬਾਅਦ ਇਹਨੇ ਚਰਸ ਵੱਲ ਨੂੰ ਚਲੀ ਗਈ। ਚਰਸ ਤੋਂ ਬਾਅਦ ਨਸ਼ਾ ਵੱਧਦਾ ਗਿਆ ਤੇ ਅਗਲੀ ਸਟੇਜ ਆਉਂਦੀ ਗਈ। ਇਸੇ ਦੌਰਾਨ ਇਹਦੀ ਜਿਹੜੀ ਦੂਸਰੀ ਭੈਣ ਸੀ, ਇਸ ਤੋਂ ਵੱਡੀ, ਦੂਸਰੀ ਯੂਨੀਵਰਸਿਟੀ ਜਾਂਦੀ ਸੀਗੀ,
ਉਹ ਇਸ ਯੂਨੀਵਰਸਿਟੀ 'ਚ ਨਹੀਂ ਸੀ, ਲੇਕਿਨ ਉਹਨੂੰ ਯੂਨੀਵਰਸਿਟੀ ਦੇ ਸਾਰੇ ਮਾਮਲਾਤ ਦਾ ਪਤਾ ਸੀਗਾ। ਉਹਨੇ ਇੱਕ ਦੋ ਵਾਰੀ ਇਹਦੇ ਬੈਗ ਦੇ ਵਿੱਚ ਕੁਝ ਚੀਜ਼ਾਂ ਨਵੀਆਂ ਵੇਖੀਆਂ ਤੇ ਉਹਨੇ ਇਹਨੂੰ ਪੁੱਛਿਆ ਤੇ ਇਹਨੇ ਕਿਹਾ ਮੇਰੀ ਫਰੈਂਡ ਦੀਆਂ ਆ ਤੇ ਮੈਂ ਸਵੇਰੇ ਉਹਨੂੰ ਵਾਪਸ ਕਰ ਦਿਆਂਗੀ। ਇਸੇ ਤਰ੍ਹਾਂ ਹੀ ਉਹ ਚੁੱਪ ਕਰ ਗਈ, ਉਹਨੇ ਇਗਨੋਰ ਕਰਤਾ। ਲੇਕਿਨ ਕੁਝ ਟਾਈਮ ਤੋਂ ਬਾਅਦ ਉਹਨੇ ਜਦੋਂ ਦੁਬਾਰਾ ਇਹੀ ਚੀਜ਼ਾਂ ਨੋਟ ਕੀਤੀਆਂ ਤੇ ਉਹਨੇ ਇਹਨੂੰ ਪੁੱਛਣਾ ਸ਼ੁਰੂ ਕਰ ਦਿੱਤਾ। ਜਦੋਂ ਪੁੱਛਣਾ ਸ਼ੁਰੂ ਕੀਤਾ ਤੇ ਉਹਨੇ ਇਹੀ ਗੱਲਾਂ ਆਪਣੀ ਮਾਂ ਨੂੰ ਵੀ ਦੱਸੀਆਂ। ਮਾਂ ਨੇ ਤੇ ਉਹਨੇ ਇਹਨੂੰ ਨਾ ਡਾਂਟਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਇਹਨੂੰ ਕਿਹਾ ਕਿ ਤੂੰ ਬਾਹਰ ਨਹੀਂ ਜਾਇਆ ਕਰਨਾ। ਹੁਣ ਇਸ ਟਾਈਮ ਤੱਕ ਇਹ ਅੱਛੀ ਖਾਸੀ ਨਸ਼ੇ ਦੀ ਆਦੀ ਹੋ ਚੁੱਕੀ ਸੀ। ਉਹਨਾਂ ਨੇ ਕਿਹਾ ਵੀ ਤੂੰ ਯੂਨੀਵਰਸਿਟੀ ਜਾਣਾ, ਯੂਨੀਵਰਸਿਟੀ ਸਿੱਧੀ ਘਰ ਜਾਣਾ, ਇਹ ਤੇਰੀ ਟਾਈਮਿੰਗ ਹੈ, ਇਸ ਤੋਂ ਲੇਟ ਨਹੀਂ ਹੋਣਾ। ਲੇਕਿਨ ਇਹਨੂੰ ਜਿਹੜੀ ਨਸ਼ੇ ਦੀ ਆਦਤ ਲੱਗ ਗਈ ਸੀ, ਉਸ ਤੋਂ ਬਗੈਰ ਰਹਿ ਨਹੀਂ ਸਕਦੀ ਸੀਗੀ। ਹੁਣ ਇੱਕ ਦਿਨ ਇਹਨੇ ਕੀ ਕੀਤਾ ਕਿ ਆਪਣਾ ਬੈਗ ਚੱਕਿਆ, ਚੱਕ ਕੇ ਜਾਣ ਲੱਗੀ ਆ। ਮੁੰਡੇ ਨਾਲ ਇਹਦੀ ਫੋਨ ਦੇ ਉੱਤੇ ਗੱਲ ਹੋ ਗਈ ਸੀ ਵੀ ਤੂੰ ਮੈਨੂੰ ਘਰੋਂ ਬਾਹਰੋਂ ਆ ਕੇ ਨਾ ਫਲਾਣ ਨੁੱਕਰ ਤੋਂ ਲੈ ਲਾ। ਨਿਕਲਣ ਲੱਗੀ ਆ ਤੇ ਇਹਦੀ ਜਿਹੜੀ ਇਸ ਤੋਂ ਵੱਡੀ ਭੈਣ ਸੀ ਨਾ, ਉਹਨੇ ਇਹਨੂੰ ਵੇਖਿਆ। ਵੇਖ ਕੇ ਤੇ ਉਹਨੇ ਕਿਹਾ ਆਪਣਾ ਬੈਗ ਚੈੱਕ ਕਰਾ। ਉਹਨੇ ਬੈਗ ਚੈੱਕ ਕੀਤਾ। ਉਹਨੇ ਕਿਹਾ ਤੂੰ ਬਾਹਰ ਕੀ ਲੈਣ ਜਾ ਰਹੀ ਆ। ਜਦੋਂ ਇੰਨੀ ਗੱਲ ਹੋਈ ਤੇ ਇਹ ਡਰ ਗਈ। ਇਹਨੇ ਕਿਹਾ ਹੁਣ ਇਹ ਅੰਮੀ ਨੂੰ ਦੱਸੇਗੀ, ਜੇ ਅੰਮੀ ਨੂੰ ਦੱਸਿਆ ਤੇ ਅੰਮੀ ਨੇ ਛੋਟੇ ਭਾਈ ਨੂੰ ਵੀ ਵਿੱਚ ਇਨਵੋਲਵ ਕਰ ਲੈਣਾ ਤੇ ਹੋ ਸਕਦਾ ਇਹ ਮੁੜ ਕੇ ਮੈਨੂੰ ਘਰੋਂ ਵੀ ਨਾ ਨਿਕਲਣ ਦੇਣ, ਦੀ ਯੂਨੀਵਰਸਿਟੀ ਵੀ ਬੰਦ ਕਰ ਦੇਣ। ਉਹਨੇ ਗੁੱਸੇ ਦੇ ਵਿੱਚ ਵੱਡੀ ਭੈਣ ਨੂੰ ਧੱਕਾ ਦਿੱਤਾ। ਧੱਕਾ ਦੇ ਕੇ ਉਹ ਬੈੱਡ ਤੇ ਡਿੱਗੀ ਆ ਤੇ ਇਹਨੇ ਤਕੀਆ ਚੱਕਿਆ, ਚੱਕ ਕੇ ਉਹਦੇ ਮੂੰਹ ਦੇ ਉੱਤੇ ਰੱਖਤਾ ਵੀ ਉਹਦੀ ਆਵਾਜ਼ ਵੀ ਦੂਸਰਿਆਂ ਨੂੰ ਨਾ ਸੁਣੇ। ਇਹ ਜੋਸ਼ ਦੇ ਵਿੱਚ ਸਾਰਾ ਕੁਝ ਕਰੀ ਜਾ ਰਹੀ ਸੀ ਵੀ ਅੱਜ ਅਗਰ ਇਹਨੇ ਦੱਸ ਦਿੱਤਾ ਤੇ ਬਾਕੀਆਂ ਨੂੰ ਪਤਾ ਲੱਗ ਗਿਆ ਤੇ ਮੇਰੇ ਸਾਰੇ ਹੀ ਕੰਮ ਖਰਾਬ। ਹੋਇਆ ਕੀ, ਚੰਦ ਸੈਕਿੰਡ ਤੋਂ ਬਾਅਦ ਜਿਹੜੀ ਇਹਦੀ ਵੱਡੀ ਭੈਣ ਸੀ, ਉਹਦੇ ਹਰਕਤ ਜਿਹੜੀ ਸੀ ਨਾ, ਹੱਥਾਂ ਦੀ ਹਰ ਸ਼ੈ ਰੁਕ ਗਈ। ਉਹਦਾ ਸਾਹ ਰੁਕ ਗਿਆ। ਉਹਨੇ ਜੋ ਤਕੀਆ ਚੱਕਿਆ ਤੇ ਉਹਦੇ ਸਾਹ ਬਿਲਕੁਲ ਖਤਮ ਹੋ ਗਏ ਸੀ। ਉਹ ਮਰ ਚੁੱਕੀ ਸੀਗੀ। ਇਹ ਹੁਣ ਪਰੇਸ਼ਾਨ ਹੋਈ ਤੇ ਇਹਨੇ ਕਿਹਾ ਵੀ ਹੁਣ ਕੀ ਕਰਾਂ। ਹੁਣ ਉਹ ਮੁੰਡਾ ਬਾਹਰ ਖੜਾ ਸੀ, ਇੰਤਜ਼ਾਰ ਕਰ ਰਿਹਾ ਸੀ। ਇਹਨੇ ਬੈਗ ਚੱਕਿਆ ਤੇ ਹਮੇਸ਼ਾ ਘਰ ਵਾਪਸ ਨਾ ਆਉਣ ਵਾਸਤੇ ਨਿਕਲ ਗਈ। ਜਦੋਂ ਨਿਕਲੀ ਆ, ਉਹ ਮੁੰਡੇ ਦੇ ਨਾਲ ਗਈ ਆ। ਮੁੰਡੇ ਨੂੰ ਇਹਨੇ ਥੋੜਾ ਦੱਸਿਆ ਮਾਮਲਾ ਤੇ ਉਹ ਮੁੰਡਾ ਇਹਨੂੰ ਇੱਕ ਹੋਟਲ 'ਚ ਲੈ ਗਿਆ। ਹੋਟਲ 'ਚ 3 ਰਾਤਾਂ ਰਹੇ ਇਹ, 3 ਦਿਨ 3 ਰਾਤਾਂ ਰਹੇ ਆ। ਉਸ ਤੋਂ ਬਾਅਦ ਚੌਥੀ ਸਵੇਰ ਜਦੋਂ ਇਹ ਉੱਠੀ ਆ, ਉੱਠ ਕੇ ਵੇਖਦੀ ਆ ਕਿ ਮੁੰਡਾ ਕਮਰੇ 'ਚ ਹੈ ਨਹੀਂਗਾ। ਹੁਣ ਇਹ ਇੰਤਜ਼ਾਰ ਕਰ ਰਹੀ ਹੈ ਵੀ ਕਿਤੇ ਕੰਮ ਗਿਆ ਹੋਣਾ, ਹੋ ਸਕਦਾ ਕੋਈ ਪੈਸੇ ਜਾਂ ਇਸ ਤਰ੍ਹਾਂ ਦਾ ਕੋਈ ਮਾਮਲਾ ਹੋਏਗਾ ਤੇ ਉਹ ਲੈ ਕੇ ਆ ਜਾਏਗਾ ਸ਼ਾਮ ਤੱਕ। ਲੇਕਿਨ ਜਦੋਂ ਸ਼ਾਮ ਹੁੰਦੀ ਆ ਤੇ ਉਹ ਮੁੰਡਾ ਤੇ ਕਮਰੇ 'ਚ ਨਹੀਂ ਆਂਦਾ। ਇੱਕ ਹੋਰ ਨੌਜਵਾਨ ਉਸ ਕਮਰੇ 'ਚ ਆਉਂਦਾ। ਉਹ ਨੌਜਵਾਨ ਜਦੋਂ ਕਮਰੇ 'ਚ ਆਉਂਦਾ ਤੇ ਉਸ ਤੋਂ ਬਾਅਦ ਤੁਸੀਂ ਸਮਝ ਸਕਦੇ ਹੋ ਕਿ ਇਸ ਕੁੜੀ ਦੇ ਨਾਲ ਉਹ ਕੀ ਮਾਮਲਾਤ ਹੁੰਦੇ ਆ। ਸਾਰੇ ਮਤਲਬ ਗਲਤ ਕੰਮ ਜਿਹੜੇ ਨਾ ਉਹ ਹੁੰਦੇ ਉਸ ਰਾਤ ਇਹਦੇ ਨਾਲ। ਇਹ ਚੀਖਦੀ ਆ, ਆਪਣੇ ਆਪ ਨੂੰ ਬੁਰਾ ਭਲਾ ਕਹਿੰਦੀ ਆ ਵੀ ਕਿਹੜੇ ਕੰਮ 'ਚ ਫਸ ਗਈ ਆ। ਲੇਕਿਨ ਬਹੁਤ ਦੇਰ ਹੋ ਚੁੱਕੀ ਸੀ। ਉਸ ਤੋਂ ਬਾਅਦ ਇਹ ਆਪਣੇ ਘਰ ਆਉਂਦੀ ਹੈ। ਘਰ ਆ ਕੇ ਸਾਰਾ ਕੁਝ ਦੱਸਦੀ ਆ। ਮਾਮਲਾ ਪੁਲਿਸ ਤੱਕ ਜਾਂਦਾ ਆ ਤੇ ਪੁਲਿਸ ਇਹਨੂੰ ਗ੍ਰਿਫਤਾਰ ਕਰ ਲੈਂਦੀ ਹੈ। ਇਸ ਵੇਲੇ ਜੇਲ੍ਹ 'ਚ ਆ ਤੇ ਉਹਦੇ ਮਾਂ-ਪਿਓ ਨੇ ਉਹਨੂੰ ਮਾਫ ਤੇ ਕਰ ਦਿੱਤਾ ਆ। ਹੋ ਸਕਦਾ ਚੰਦ ਦਿਨਾਂ ਤੱਕ ਰਿਹਾ ਵੀ ਹੋ ਜਾਵੇ। ਲੇਕਿਨ ਇਹ ਜਿਹੜੇ ਉਹਨੇ ਕੰਮ ਕਰਕੇ ਇੱਕ ਭੈਣ ਦੀ ਜ਼ਿੰਦਗੀ ਖਤਮ ਕਰ ਦਿੱਤੀ, ਉਹ ਜ਼ਿੰਦਗੀ ਕਦੀ ਵਾਪਸ ਨਹੀਂ ਆਉਣੀ। ਲਿਹਾਜ਼ਾ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਸਮਝਾਓ। ਇਹ ਚੀਜ਼ਾਂ ਉਹਨਾਂ ਨੂੰ ਵਿਖਾਇਆ ਕਰੋ ਕਿ ਇਹੋ ਜਿਹੇ ਮਾਮਲਾਤ ਵੀ ਹੋ ਜਾਂਦੇ ਆ। ਤੁਸੀਂ ਆਪਣੇ ਘਰ ਨੂੰ ਵੇਖਣਾ, ਤੁਸੀਂ ਕਿਸੇ ਦੇ ਮਗਰ ਨਹੀਂ ਲੱਗਣਾ। ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ। ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।